हेलो एवरीवन वेलकम टू मेहनती बच्चे दिस इज साक्षी अग्रवाल। सो ਅੱਜ ਇਸ ਲੈਕਚਰ ਦੇ ਵਿੱਚ ਆਪਾਂ ਕੈਮਿਸਟਰੀ ਦੇ ਕੁਝ ਹੋਰ ਟੌਪਿਕਸ ਪੜਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਪੜਨ ਜਾ ਰਹੇ ਹਾਂ ਐਟਮਸ ਐਂਡ ਮੋਲੀਕਿਊਲਸ ਦੇ ਬਾਰੇ। ਸੋ ਆਪਾਂ ਨੇ ਪਿਛਲੇ ਲੈਕਚਰ ਦੇ ਵਿੱਚ ਮੈਟਰ ਬਾਰੇ ਡਿਸਕਸ ਕੀਤਾ ਸੀ। ਸੋ ਮੈਟਰ ਦਾ ਜਿਹੜਾ ਮੋਸਟ ਫੰਡਾਮੈਂਟਲ ਯੂਨਿਟ ਹੈ, ਮਤਲਬ ਜਿਹਦੇ ਨਾਲ ਮੈਟਰ ਬਣਿਆ ਹੁੰਦਾ ਉਹਨੂੰ ਆਪਾਂ ਬੋਲਦੇ ਹਾਂ ਐਟਮ। ਅਗਰ ਆਪਾਂ ਐਟਮ ਦੇ ਸਾਈਜ਼ ਦੀ ਗੱਲ ਕਰੀਏ 0.1 ਤੋਂ ਲੈ ਕੇ 0.5 ਨੈਨੋਮੀਟਰਸ ਹੁੰਦਾ ਓਕੇ। ਸੋ ਇਹ ਤੋਂ ਬਾਅਦ ਹੁਣ ਆਪਾਂ ਕੁਝ ਹੋਰ ਡੈਫੀਨੇਸ਼ਨਸ ਦੇਖਦੇ ਹਾਂ। ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਮੋਲ ਕਨਸੈਪਟ ਦੇ ਬਾਰੇ। ਤੇ ਮੋਲ ਕਨਸੈਪਟ ਦੇ ਵਿੱਚ ਸਭ ਤੋਂ ਇੰਪੋਰਟੈਂਟ ਡੈਫੀਨੇਸ਼ਨ ਹੈ ਕਿ ਮੋਲ ਕੀ ਹੁੰਦਾ ਹੈ। ਓਕੇ, ਸੋ ਸਬਸਟੈਂਸ ਅਗਰ ਆਪਾਂ ਕੋਈ ਵੀ ਗੱਲ ਕਰੀਏ ਤਾਂ ਉਹਦੇ ਵਿੱਚ ਕਿੰਨੀ ਐਂਟੀਟੀਜ਼ ਪ੍ਰੈਜ਼ੈਂਟ ਹੈ। ਐਂਟੀਟੀਜ਼ ਮੀਨਸ ਐਟਮਸ, ਮੋਲੀਕਿਊਲਸ ਜਾਂ ਆਇਨਸ, ਇਹਨਾਂ ਵਿੱਚੋਂ ਕੋਈ ਵੀ ਚੀਜ਼ ਹੋ ਸਕਦੀ ਹੈ ਕਿ ਉਹ ਸਬਸਟੈਂਸ ਦੇ ਵਿੱਚ ਕਿੰਨੀ ਪ੍ਰੈਜ਼ੈਂਟ ਹੈ, ਉਹਨੂੰ ਆਪਾਂ ਬੋਲਦੇ ਹਾਂ ਮੋਲ। ਤੇ ਜਿਹੜਾ 1 ਮੋਲ ਹੁੰਦਾ ਕਿਸੇ ਸਬਸਟੈਂਸ ਦਾ ਉਹ ਕਿਹਦੇ ਇਕੁਅਲ ਹੁੰਦਾ ਹੈ 6.022 × 10⁻23 ਮੋਲੀਕਿਊਲਸ। ਇਹ ਯਾਦ ਰੱਖਿਓ ਕਿ 1 ਮੋਲ ਇਹਦੇ ਇਕੁਅਲ ਹੁੰਦਾ ਹੈ ਓਕੇ। ਜਿਹੜਾ ਮੋਲ ਕਨਸੈਪਟ ਹੈ ਮੋਸਟ ਕਨਵੀਨੀਅੰਟ ਵੇ ਹੈ ਐਕਸਪ੍ਰੈਸ ਕਰਨ ਦਾ ਅਮਾਊਂਟ ਆਫ ਰਿਐਕਟੈਂਟ ਤੇ ਪ੍ਰੋਡਕਟਸ ਨੂੰ ਰਿਐਕਸ਼ਨ ਦੇ ਵਿੱਚ। ਠੀਕ ਹੈ, ਜਿਹੜਾ ਵੈਲਿਊ ਹੈ ਐਵੋਗੈਡਰੋ ਨੰਬਰ ਦੀ ਉਹ ਅਪਰੋਕਸੀਮੇਟਲੀ 6.022 × 10⁻23 ਹੁੰਦੀ ਹੈ ਓਕੇ। ਬਸ ਇਹਦੇ ਵਿੱਚ 1 ਮੋਲ ਦਾ ਮੇਨ ਹੈ ਪੇਪਰ ਲਈ ਪੁਆਇੰਟ ਆਫ ਵਿਊ ਤੋਂ ਅਗਰ ਆਪਾਂ ਦੇਖੀਏ ਤਾਂ 1 ਮੋਲ ਇਜ਼ ਇਕੁਅਲ ਟੂ 6.022 × 10⁻23 ਮੋਲੀਕਿਊਲਸ ਓਕੇ। ਉਹ ਤੋਂ ਬਾਅਦ then molar mass. So molar mass ਜਿਹੜਾ ਹੁੰਦਾ ਉਹ ਕੀ ਹੁੰਦਾ ਹੈ substance is something which has mass and occupies space. Molar mass is actually sum of total mass in grams of atoms present. So molar mass ਕਿਹਦੇ ਕੋਲ ਹੁੰਦਾ ਹੈ sum of total mass in grams of atoms present to make up molecule per mole. Okay. ਤਾਂ ਯੂਨਿਟ ਹੈ ਜਿਹੜਾ ਮੋਲਰ ਮਾਸ ਦਾ ਉਹ ਕਿਹਦੇ ਵਿੱਚ ਹੁੰਦਾ ਗ੍ਰਾਮਸ ਪਰ ਮੋਲ। ਵੈਸੇ ਕਦੇ ਨਹੀਂ ਆਇਆ ਪੇਪਰ ਦੇ ਵਿੱਚ, ਬਸ ਇੱਕ ਵਾਰ ਸਿਲੇਬਸ ਦਾ ਪਾਰਟ ਹੈ ਤਾਂ ਕਰਕੇ ਦੱਸਣਾ ਪੈਂਦਾ ਓਕੇ। ਉਹ ਤੋਂ ਬਾਅਦ ਨੈਕਸਟ ਹੈ ਮੋਲੀਕਿਊਲਸ ਐਂਡ ਐਟੋਮਿਸਿਟੀ। ਸੋ ਮੋਲੀਕਿਊਲ ਦਾ ਮਤਲਬ ਕੀ ਹੁੰਦਾ ਸਮੋਲੈਸਟ ਯੂਨਿਟ ਕੰਪਾਊਂਡ ਦਾ ਜਿਹਦੇ ਵਿੱਚ ਕੈਮੀਕਲ ਪ੍ਰੋਪਰਟੀਜ਼ ਹੋਣ ਉਹ ਕੰਪਾਊਂਡ ਦੀਆਂ ਉਹਨੂੰ ਆਪਾਂ ਬੋਲਦੇ ਹਾਂ ਮੋਲੀਕਿਊਲਸ। ਤੇ ਐਟੋਮਿਸਿਟੀ ਕਿਸੇ ਐਲੀਮੈਂਟ ਦੀ ਕੀ ਹੁੰਦੀ ਹੈ ਕਿ ਨੰਬਰ ਆਫ ਐਟਮਸ ਇੱਕ ਮੋਲੀਕਿਊਲ ਦੇ ਵਿੱਚ ਕਿੰਨੇ ਉਹ ਐਲੀਮੈਂਟ ਦੇ ਉਹਨੂੰ ਬੋਲਦੇ ਆ ਐਟੋਮਿਸਿਟੀ ਓਕੇ। ਜਿਵੇਂ ਅਗਰ ਆਪਾਂ ਗੱਲ ਕਰੀਏ ਹਾਈਡਰੋਜਨ, ਨਾਈਟ੍ਰੋਜਨ, ਆਕਸੀਜਨ, ਕਲੋਰੀਨ, ਆਇਓਡੀਨ, ਬ੍ਰੋਮੀਨ, ਇਹਨਾਂ ਸਾਰਿਆਂ ਦੇ ਵਿੱਚ 2 ਐਟਮਸ ਹੁੰਦੇ ਆ ਮੋਲੀਕਿਊਲਸ ਦੇ ਵਿੱਚ। ਸੋ ਇਹਨਾਂ ਦੀ ਐਟੋਮਿਸਿਟੀ ਕੀ ਹੋਗੀ 2। ਜਿਵੇਂ ਆਪਾਂ ਹਾਈਡਰੋਜਨ ਲਿਖਦੇ ਹਾਂ ਉਹਦਾ ਸਿੰਬਲ H2 ਲਿਖਦੇ ਆ, ਨਾਈਟ੍ਰੋਜਨ ਦਾ N2 ਲਿਖਦੇ ਆ। ਠੀਕ ਹੈ, ਸੋ ਇਹਨਾਂ ਦੀ ਐਟੋਮਿਸਿਟੀ ਕਿੰਨੀ ਹੋਗੀ 2 ਕਿਉਂਕਿ ਇਹਨਾਂ ਦੇ ਵਿੱਚ 2 ਐਟਮਸ ਪ੍ਰੈਜ਼ੈਂਟ ਹੈ ਇੱਕ ਮੋਲੀਕਿਊਲ ਦੇ ਵਿੱਚ ਓਕੇ। ਉਹ ਤੋਂ ਬਾਅਦ ਨੈਕਸਟ ਹੈ ਵੈਲੈਂਸੀ। ਵੈਲੈਂਸੀ ਦਾ ਮਤਲਬ ਕੀ ਹੁੰਦਾ ਹੈ ਕਿ ਐਟਮ ਦਾ ਜਿਹੜਾ ਆਊਟਰ ਮੋਸਟ ਔਰਬਿਟ ਹੈ ਉਹਦੇ ਵਿੱਚ ਕਿੰਨੇ ਇਲੈਕਟ੍ਰੋਨਸ ਹੈ ਉਹਨਾਂ ਨੂੰ ਆਪਾਂ ਬੋਲਦੇ ਹਾਂ ਵੈਲੈਂਸੀ। ਠੀਕ ਹੈ, ਹੁਣ ਐਟਮ ਹੈ ਇਹ ਸਾਰਾ ਕੁਝ ਆਪਾਂ ਅਗਲੇ ਚੈਪਟਰ 'ਚ ਡਿਸਕਸ ਕਰਾਂਗੇ ਸਟਰਕਚਰ ਆਫ ਐਟਮ ਦੇ ਵਿੱਚ। ਹਜੇ ਜਸਟ ਡੈਫੀਨੇਸ਼ਨਸ ਸਮਝ ਲਓ ਤੁਸੀਂ। ਠੀਕ ਹੈ, ਕਿ ਵੈਲੈਂਸੀ ਦਾ ਮਤਲਬ ਕੀ ਹੈ ਕਿ ਐਟਮ ਹੈ ਉਹਦਾ ਜਿਹੜਾ ਆਊਟਰ ਮੋਸਟ ਸ਼ੈਲ ਹੈ ਉਹਦੇ ਵਿੱਚ ਕਿੰਨੇ ਇਲੈਕਟ੍ਰੋਨਸ ਹੈ। ਪੇਪਰ 'ਚ ਸਿੱਧਾ ਪੁੱਛਿਆ ਜਾਂਦਾ ਕਿ ਵੈਲੈਂਸੀ ਦਾ ਮਤਲਬ ਕੀ ਹੈ। ਸੋ ਵੈਲੈਂਸੀ ਮੀਨਸ ਕਿ ਆਊਟਰ ਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਹੈ ਓਕੇ। ਕਪੈਸਿਟੀ ਐਟਮ ਦੀ ਲੂਜ਼, ਗੇਨ ਤੇ ਸ਼ੇਅਰ ਕਰਨ ਦੀ ਵੈਲੈਂਸ ਇਲੈਕਟ੍ਰੋਨਸ ਨੂੰ ਹੁੰਦੀ ਹੈ। ਤੇ ਮੇਨ ਜਿਹੜਾ ਐਟਮ ਹੈ ਉਹ ਕਦੋਂ ਸਟੇਬਲ ਹੁੰਦਾ ਜਦੋਂ ਆਕਟੈਟ ਪੂਰਾ ਹੋ ਜਾਂਦਾ ਹੈ ਉਹਦੇ ਆਊਟਰ ਮੋਸਟ ਸ਼ੈਲ ਦੇ ਵਿੱਚ ਐਟਮ ਦੇ। ਠੀਕ ਹੈ, ਸੋ ਮੇਨ ਗੱਲ ਕੀ ਹੁੰਦੀ ਹੈ ਕਿ ਅਗਰ 1 ਜਾਂ 2 ਇਲੈਕਟ੍ਰੋਨਸ ਪਏ ਨੇ ਤਾਂ ਉਹ ਲੂਜ਼ ਕਰ ਦਿੰਦਾ। ਠੀਕ ਹੈ, ਜ਼ਿਆਦਾ ਪਏ ਨੇ ਤਾਂ ਗੇਨ ਕਰ ਲੈਂਦਾ ਕਿ ਅਗਰ 2-3 ਉਹਨੂੰ ਚਾਹੀਦੇ ਹੁੰਦੇ ਆ ਤੇ ਅਗਰ ਲੱਗਦਾ ਕਿ ਇਕੁਅਲ ਜੇ ਨੇ ਤਾਂ ਸ਼ੇਅਰਿੰਗ ਕਰ ਲੈਂਦਾ। ਠੀਕ ਹੈ, ਸੋ ਇਹ ਆਪਾਂ ਦੇਖਾਂਗੇ ਸਾਰਾ ਕੁਝ। ਉਹ ਤੋਂ ਬਾਅਦ ਨੈਕਸਟ ਹੈ ਹੁਣ ਡੈਫੀਨੇਸ਼ਨ ਕੰਪਾਊਂਡਸ ਤੇ ਆਇਨਸ। ਕੰਪਾਊਂਡਸ ਕੀ ਹੁੰਦੇ ਆ ਜਦੋਂ 2 ਜਾਂ 2 ਤੋਂ ਜ਼ਿਆਦਾ ਐਲੀਮੈਂਟ ਕੈਮੀਕਲੀ ਕੰਬਾਈਨ ਕਰਦੇ ਆ ਫਿਕਸ ਰੇਸ਼ੋ ਦੇ ਵਿੱਚ, ਇਹ ਯਾਦ ਰੱਖਿਓ, ਤਾਂ ਜਿਹੜਾ ਪ੍ਰੋਡਕਟ ਆਪਣੇ ਕੋਲ ਬਣਦਾ ਉਹਨੂੰ ਕੀ ਬੋਲਦੇ ਆ ਕੰਪਾਊਂਡ। ਜਿਵੇਂ ਅਗਰ ਆਪਾਂ ਕਰੀਏ ਜਿਵੇਂ ਸਪੋਜ਼ ਕਰੋ ਆਪਣੇ ਕੋਲ ਵਾਟਰ ਹੈ ਉਹਦੇ ਵਿੱਚ ਹਾਈਡਰੋਜਨ ਤੇ ਆਕਸੀਜਨ ਹੈ। ਠੀਕ ਹੈ, ਫਿਕਸ ਰੇਸ਼ੋ ਦੇ ਵਿੱਚ ਪੈਣਗੇ ਤਾਂ ਆਪਣੇ ਕੋਲ ਇੱਕ ਕੰਪਾਊਂਡ ਬਣੂਗਾ ਜਿਹਨੂੰ ਆਪਾਂ ਬੋਲਦੇ ਹਾਂ ਵਾਟਰ। ਜਿਹੜੇ ਕੰਪਾਊਂਡਸ ਹੁੰਦੇ ਆ ਸਬਸਟੈਂਸਸ ਹੁੰਦੇ ਜਿਹਦੇ ਵਿੱਚ 2 ਜਾਂ 2 ਤੋਂ ਜ਼ਿਆਦਾ ਅਲੱਗ ਤਰ੍ਹਾਂ ਦੇ ਐਲੀਮੈਂਟਸ ਹੁੰਦੇ ਆ ਫਿਕਸ ਰੇਸ਼ੋ ਦੇ ਵਿੱਚ। ਆਇਨ ਕੀ ਹੁੰਦਾ ਆਇਨ ਇਜ਼ ਡਿਫਾਈਨ ਐਜ਼ ਐਨ ਐਟਮ ਔਰ ਮੋਲੀਕਿਊਲ ਜਿਹਨੇ ਗੇਨ ਜਾਂ ਲਾਸ ਕੀਤਾ ਹੋਵੇ 1 ਜਾਂ 1 ਤੋਂ ਜ਼ਿਆਦਾ ਵੈਲੈਂਸ ਇਲੈਕਟ੍ਰੋਨਸ ਨੂੰ ਤੇ ਉਹਦੇ ਉੱਪਰ ਚਾਰਜ ਹੁੰਦਾ ਆਇਨਸ ਦੇ ਉੱਪਰ। ਠੀਕ ਹੈ, ਜਿਹੜਾ ਨੈਗੇਟਿਵਲੀ ਚਾਰਜ ਪਾਰਟੀਕਲ ਹੁੰਦਾ ਹੈ ਜਾਂ ਨੈਗੇਟਿਵਲੀ ਆਇਨ ਜਿਹੜਾ ਚਾਰਜ ਹੁੰਦਾ ਉਹਨੂੰ ਆਪਾਂ ਬੋਲਦੇ ਹਾਂ ਐਨਾਇਨ ਤੇ ਪੋਜ਼ਿਟਿਵਲੀ ਚਾਰਜ ਜਿਹੜਾ ਆਇਨ ਹੁੰਦਾ ਉਹਨੂੰ ਬੋਲਦੇ ਹਾਂ ਕੈਟਾਇਨ। ਇਹ ਯਾਦ ਰੱਖਿਓ ਡੈਫੀਨੇਸ਼ਨ। ਉਹ ਤੋਂ ਬਾਅਦ ਹੁਣ ਨੈਕਸਟ ਆਪਣੇ ਕੋਲ ਆ ਗਿਆ ਸਟਰਕਚਰ ਆਫ ਐਟਮ। ਹੁਣ ਆਪਾਂ ਸਾਰਾ ਡਿਟੇਲ 'ਚ ਪੜਾਂਗੇ ਐਟਮ ਦੇ ਬਾਰੇ।
ਸੋ ਐਟਮਸ ਬੇਸਿਕਲੀ ਕੀ ਹੈ, ਬਿਲਡਿੰਗ ਬਲੌਕ ਹੈ ਮੈਟਰ ਦੀ। ਜਿਵੇਂ ਅਗਰ ਆਪਾਂ ਗੱਲ ਕਰੀਏ ਹਿਊਮਨ ਬਾਡੀ ਹੈ, ਹਿਊਮਨ ਬਾਡੀ ਕਿਹਦੀ ਬਣੀ ਹੁੰਦੀ ਹੈ, ਸੈਲਸ ਦੀ ਬਣੀ ਹੁੰਦੀ ਹੈ। ਸੋ ਫੰਡਾਮੈਂਟਲ ਯੂਨਿਟ ਜਿਹੜਾ ਹਿਊਮਨ ਬਾਡੀ ਦਾ ਜਾਂ ਲਾਈਫ ਦਾ ਵੀ ਬੋਲ ਦਿੰਦੇ ਉਹਨੂੰ ਕੀ ਬੋਲਦੇ ਆ, ਸੈੱਲ। ਠੀਕ ਹੈ। ਸੋ ਸਿਮਿਲਰਲੀ ਜਿਹੜਾ ਮੈਟਰ ਹੈ ਉਹ ਕਿਹਦਾ ਬਣਿਆ ਹੁੰਦਾ, ਐਟਮਸ ਦਾ। ਐਟਮ ਸਮੋਲੈਸਟ ਯੂਨਿਟ ਹੈ ਮੈਟਰ ਦਾ। ਠੀਕ ਹੈ। ਤੇ ਇਹਦੇ ਵਿੱਚ ਆਪਣੇ ਕੋਲ 3 ਤਰ੍ਹਾਂ ਦੇ ਸਬ ਐਟੋਮਿਕ ਪਾਰਟੀਕਲਸ ਮਿਲਦੇ ਆ। ਮਤਲਬ ਹੁਣ ਐਟਮ ਦੇ ਵਿੱਚ ਵੀ ਛੋਟੇ ਛੋਟੇ ਪਾਰਟੀਕਲਸ ਹੁੰਦੇ ਆ। ਕਿਹੜੇ ਕਿਹੜੇ, ਪ੍ਰੋਟੋਨ, ਨਿਊਟਰੋਨ ਤੇ ਇਲੈਕਟ੍ਰੋਨਸ। ਓਕੇ, ਸੋ ਦੇਖੋ ਨੈਕਸਟ ਹੈ ਸਟਰਕਚਰ ਆਫ ਐਟਮ। ਹੁਣ ਜਿਹੜਾ ਐਟਮ ਹੈ ਉਹ 3 ਪਾਰਟੀਕਲਸ ਦਾ ਬਣਿਆ ਹੁੰਦਾ, ਇਲੈਕਟ੍ਰੋਨ, ਪ੍ਰੋਟੋਨ ਤੇ ਨਿਊਟਰੋਨ। ਠੀਕ ਹੈ। ਅਗਰ ਆਪਾਂ ਇੱਥੇ ਐਟਮ ਦੀ ਗੱਲ ਕਰੀਏ ਤਾਂ ਤੁਹਾਨੂੰ ਕਾਰਬਨ ਦਾ ਐਟਮ ਨਜ਼ਰ ਆ ਰਿਹਾ। ਠੀਕ ਹੈ। ਤਾਂ ਸੈਂਟਰ ਦੇ ਵਿੱਚ ਐਟਮ ਦੇ ਕੀ ਹੁੰਦਾ, ਨਿਊਕਲੀਅਸ। ਤੇ ਜਿਹੜਾ ਨਿਊਕਲੀਅਸ ਹੁੰਦਾ ਐਟਮ ਦਾ ਉਹਦੇ ਵਿੱਚ ਪੂਰਾ ਮਾਸ ਹੁੰਦਾ ਐਟਮ ਦਾ। ਤੇ ਜਿਹੜੇ ਇਲੈਕਟ੍ਰੋਨਸ ਨੇ, ਠੀਕ ਹੈ, ਉਹ ਆਰਬਿਟਲਸ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਨੇ, ਆ ਇਲੈਕਟ੍ਰੋਨਸ ਨੇ। ਠੀਕ ਹੈ। ਆਰਬਿਟਲ ਕਿਹਨੂੰ ਬੋਲਦੇ ਆ, ਜਿਹੜੇ ਆਹ ਆਪਣੇ ਕੋਲ ਐਵੇਂ ਸਰਕੂਲਰ ਬਣੇ ਹੋਏ ਨੇ। ਓਕੇ, ਹੁਣ ਦੇਖੋ ਜਿਹੜਾ ਕਾਰਬਨ ਹੈ, ਕਾਰਬਨ ਦੇ ਵਿੱਚ ਟੋਟਲ ਆਪਣੇ ਕੋਲ 6 ਪ੍ਰੋਟੋਨਸ ਹੈ, 6 ਇਲੈਕਟ੍ਰੋਨਸ ਹੈ ਤੇ 6 ਨਿਊਟਰੋਨਸ ਹੈ। ਸੋ 6 ਇਲੈਕਟ੍ਰੋਨ ਹੈ, ਇਹਦੇ ਵਿੱਚ ਬੇਸਿਕਲੀ ਐਵੇਂ ਹੁੰਦਾ ਜਿਵੇਂ ਆ ਨਿਊਕਲੀਅਸ ਹੈ, ਆਪਾਂ ਐਟਮ ਡਰਾ ਕਰ ਰਹੇ ਹਾਂ, ਜਿਵੇਂ ਇਹਦੇ ਵਿੱਚ 6 ਇਲੈਕਟ੍ਰੋਨਸ ਹੈ ਕਾਰਬਨ ਦੇ ਵਿੱਚ। ਤਾਂ ਜਿਹੜਾ ਆਪਣੇ ਕੋਲ ਸਭ ਤੋਂ ਪਹਿਲਾ ਸ਼ੈਲ ਹੁੰਦਾ ਉਹਦੇ ਵਿੱਚ ਮੈਕਸਿਮਮ 2 ਆ ਸਕਦੇ ਹੁੰਦੇ। ਸੋ 2 ਡਰਾ ਕਰਤੇ, ਉਹ ਤੋਂ ਬਾਅਦ ਨੈਕਸਟ ਦੇ ਵਿੱਚ ਆਪਾਂ ਫਿਰ ਕਿੰਨੇ ਕਰਾਂਗੇ, ਜਿਹੜੇ ਬਚੇ ਹੋਏ 4 ਨੇ ਇਲੈਕਟ੍ਰੋਨਸ। ਠੀਕ ਹੈ, ਐਵੇਂ ਹੁੰਦਾ। ਉਹ ਤੋਂ ਬਾਅਦ ਨੈਕਸਟ ਹੁਣ ਦੇਖੋ ਇਹਦੇ ਵਿੱਚ ਹੋਰ ਕੁਝ ਚੀਜ਼ਾਂ ਦੇਖਦੇ ਹਾਂ ਆਪਾਂ, ਜਿਵੇਂ ਸਿੰਬਲ। ਸਿੰਬਲ ਦਾ ਮਤਲਬ ਕੀ ਹੁੰਦਾ ਹੈ ਕਿ ਐਲੀਮੈਂਟ ਦਾ ਸਿੰਬਲ ਕੀ ਹੈ, ਉਹਨੂੰ ਆਪਾਂ ਜਨਰਲੀ ਐਕਸ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਐਟੋਮਿਕ ਨੰਬਰ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਏ ਦੇ ਨਾਲ। ਤੇ ਕਿਹਦੇ ਇਕੁਅਲ ਹੁੰਦਾ ਹੈ ਕਿ ਨੰਬਰ ਆਫ ਪ੍ਰੋਟੋਨਸ ਕਿੰਨੇ ਨੇ ਐਟਮ ਦੇ ਵਿੱਚ। ਠੀਕ ਹੈ। ਤੇ ਜਿਹੜਾ ਐਟੋਮਿਕ ਮਾਸ ਹੁੰਦਾ ਜਾਂ ਮਾਸ ਨੰਬਰ ਹੁੰਦਾ ਉਹਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਜ਼ੈਡ ਦੇ ਨਾਲ। ਇਹ ਵੀ ਇੱਕ ਵਾਰ ਪੇਪਰ 'ਚ ਪੁੱਛਿਆ ਗਿਆ ਸੀ। ਤੇ ਕਿਹਦੇ ਇਕੁਅਲ ਹੁੰਦਾ, ਟੋਟਲ ਨੰਬਰ ਆਫ ਪ੍ਰੋਟੋਨਸ ਤੇ ਨਿਊਟਰੋਨਸ ਕਿੰਨੇ ਨੇ ਐਲੀਮੈਂਟ ਦੇ ਵਿੱਚ। ਠੀਕ ਹੈ। ਜਿਹੜੇ ਨੰਬਰ ਆਫ ਪ੍ਰੋਟੋਨਸ ਹੈ ਉਹ ਕਿਹਦੇ ਇਕੁਅਲ ਹੁੰਦੇ ਆ, ਨੰਬਰ ਆਫ ਇਲੈਕਟ੍ਰੋਨਸ ਦੇ। ਤਾਂ ਹੀ ਐਟਮ ਹੈ ਜਿਹੜਾ ਉਹ ਸਟੇਬਲ ਹੁੰਦਾ ਤੇ ਇਲੈਕਟ੍ਰੀਕਲੀ ਨਿਊਟਰਲ ਹੁੰਦਾ। ਇਲੈਕਟ੍ਰੀਕਲੀ ਨਿਊਟਰਲ ਮੀਨਸ ਕੋਈ ਚਾਰਜ ਨਹੀਂ ਹੁੰਦਾ, ਕਿਉਂਕਿ ਜਿਹਨੇ ਪੋਜ਼ਿਟਿਵ ਚਾਰਜ ਨੇ ਉਹ ਕਿਹਦੇ ਇਕੁਅਲ ਹੁੰਦੇ, ਜਿਹਨੇ ਨੈਗੇਟਿਵ ਚਾਰਜ ਹੈ। ਓਕੇ, ਉਹ ਤੋਂ ਬਾਅਦ ਦੈਨ ਹੁਣ ਐਟੋਮਿਕ ਸਟਰਕਚਰ ਕੀ ਹੁੰਦਾ ਹੈ। ਐਟੋਮਿਕ ਸਟਰਕਚਰ ਆਫ ਐਲੀਮੈਂਟ ਰੈਫਰ ਟੂ constitution of its nucleus and arrangement of electrons around it। ਸੋ ਐਟੋਮਿਕ ਸਟਰਕਚਰ ਦਾ ਮਤਲਬ ਕੀ ਹੈ ਕਿ ਉਹਦਾ ਜਿਹੜਾ ਨਿਊਕਲੀਅਸ ਹੈ ਉਹ ਤੇ ਇਲੈਕਟ੍ਰੋਨਸ ਉਹਦੇ ਆਲੇ ਦੁਆਲੇ ਕਿਸ ਤਰੀਕੇ ਨਾਲ ਅਰੇਂਜ ਹੋਏ ਹੋਏ ਨੇ। ਐਟੋਮਿਕ ਸਟਰਕਚਰ ਹੈ ਜਿਹੜਾ ਉਹ ਪ੍ਰੋਟੋਨ, ਇਲੈਕਟ੍ਰੋਨ ਤੇ ਨਿਊਟਰੋਨ ਦੇ ਨਾਲ ਬਣਿਆ ਹੁੰਦਾ ਹੈ। ਜਿਹੜਾ ਆਪਾਂ ਸਟਰਕਚਰ ਆਫ ਐਟਮ ਪੜਿਆ ਬੇਸਿਕਲੀ ਉਹੀ ਚੀਜ਼ ਹੋ ਗਈ। ਓਕੇ, ਉਹ ਤੋਂ ਬਾਅਦ ਪ੍ਰੋਟੋਨਸ, ਨਿਊਟਰੋਨਸ ਹੈ ਜਿਹੜੇ ਉਹ ਐਟਮ ਦਾ ਨਿਊਕਲੀਅਸ ਬਣਾਉਂਦੇ ਆ ਤੇ ਉਹਨਾਂ ਦੇ ਆਲੇ ਦੁਆਲੇ ਕੌਣ ਹੁੰਦੇ ਆ, ਇਲੈਕਟ੍ਰੋਨਸ। ਐਟੋਮਿਕ ਨੰਬਰ ਜਿਹੜਾ ਹੁੰਦਾ ਉਹ ਕਿਹਦੇ ਕੋਲ ਹੁੰਦਾ, ਟੋਟਲ ਨੰਬਰ ਆਫ ਪ੍ਰੋਟੋਨਸ ਕਿੰਨੇ ਨੇ ਜਾਂ ਫਿਰ ਟੋਟਲ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਨੇ। ਓਕੇ, ਇੱਥੇ ਤੁਸੀਂ ਦੇਖ ਸਕਦੇ ਹੋ ਵਿੱਚ ਸੈਂਟਰ 'ਚ ਹੈ ਨਿਊਕਲੀਅਸ। ਠੀਕ ਹੈ। ਇਹ ਆਰਬਿਟਲਸ ਹੋ ਗਏ ਜਿਹੜੇ ਗੋਲ ਗੋਲ ਨੇ ਤੇ ਇਹਨਾਂ ਵਿੱਚ ਜਿਹੜਾ ਪਿੰਕ ਕਲਰ ਦਾ ਤੁਹਾਨੂੰ ਛੋਟੇ ਛੋਟੇ ਸਰਕੂਲਰ ਪਾਰਟਸ ਨਜ਼ਰ ਆ ਰਹੇ ਇਹ ਨੇ ਇਲੈਕਟ੍ਰੋਨਸ। ਤੇ ਨਿਊਕਲੀਅਸ ਦੇ ਅੰਦਰ ਆਪਣੇ ਕੋਲ ਪ੍ਰੋਟੋਨਸ ਤੇ ਨਿਊਟਰੋਨਸ ਹੁੰਦੇ ਆ। ਓਕੇ, ਉਹ ਤੋਂ ਬਾਅਦ ਹੁਣ ਦੇਖੋ ਐਟਮ ਦੇ ਬਾਰੇ ਨਾ ਕੁਝ ਥਿਊਰੀਜ਼ ਆਈਆਂ ਸੀ। ਸਭ ਤੋਂ ਇੰਪੋਰਟੈਂਟ ਥਿਊਰੀ ਹੈ ਜਿਹਨੇ ਐਟਮ ਦੀ ਅਵਿਸ਼ਕਾਰ ਕੀਤਾ, ਉਹ ਥਿਊਰੀ ਹੈਗੀ ਹੈ ਡਾਲਟਨ ਐਟੋਮਿਕ ਥਿਊਰੀ। ਇਹਦਾ ਨਾਮ ਯਾਦ ਰੱਖਿਓ। ਉਹਨੇ ਕੀ ਕਿਹਾ ਸੀ ਡਾਲਟਨ ਨੇ, ਕਿ ਜਿਹੜਾ ਮੈਟਰ ਹੈ ਉਹ ਇਨਵਿਜ਼ੀਬਲ ਪਾਰਟੀਕਲਸ ਦਾ ਬਣਿਆ ਹੁੰਦਾ ਜਿਹਨੂੰ ਆਪਾਂ ਬੋਲਦੇ ਹਾਂ ਐਟਮਸ। ਤੇ ਪ੍ਰੋਪਰਟੀਜ਼ ਨੇ ਜਿਹੜੇ ਐਟਮਸ ਦੀ ਕਿਸੇ ਗਿਵਨ ਐਲੀਮੈਂਟ ਲਈ ਉਹ ਸੇਮ ਹੋਣਗੀਆਂ। ਠੀਕ ਹੈ। ਮਤਲਬ ਕਿ ਜਿਹੜੇ ਐਟਮਸ ਹੈ ਕਿਸੇ ਐਲੀਮੈਂਟ ਦੇ ਉਹਨਾਂ ਦਾ ਆਇਡੈਂਟੀਕਲ ਮਾਸ ਹੋਊਗਾ ਤੇ ਸੇਮ ਕੈਮੀਕਲ ਪ੍ਰੋਪਰਟੀਜ਼ ਹੋਣਗੀਆਂ। ਤੇ ਜਿਹੜੇ ਡਿਫਰੈਂਟ ਐਲੀਮੈਂਟਸ ਦੇ ਡਿਫਰੈਂਟ ਐਟਮਸ ਉਹਨਾਂ ਦਾ ਡਿਫਰੈਂਟ ਪ੍ਰੋਪਰਟੀਜ਼ ਤੇ ਮਾਸ ਹੋਊਗਾ। ਓਕੇ, ਉਹ ਤੋਂ ਬਾਅਦ ਜਿਹੜੇ ਡਿਫਰੈਂਟ ਐਲੀਮੈਂਟ ਦੇ ਐਟਮਸ ਹੈ ਉਹ ਫਿਕਸ ਰੇਸ਼ੋ 'ਚ ਕੰਬਾਈਨ ਕਰਨਗੇ ਕੰਪਾਊਂਡਸ ਬਣਾਉਣ ਨੂੰ। ਜਿਵੇਂ ਕਿ ਆਪਾਂ ਨੇ ਵਾਟਰ ਦੀ ਐਗਜ਼ਾਮਪਲ ਲਿੱਤੀ ਸੀ। ਸੋ ਇੱਥੇ ਹਾਈਡਰੋਜਨ ਦੇ 2 ਐਟਮਸ ਹੈ ਤੇ ਆਕਸੀਜਨ ਦਾ 1 ਐਟਮ ਹੈ ਤੇ ਫਿਕਸ ਰੇਸ਼ੋ ਦੇ ਵਿੱਚ ਕਰ ਰਿਹਾ ਨਾ। ਓਕੇ, ਕੰਬਾਈਨ ਤਾਂ ਕਿ ਵਾਟਰ ਦੀ ਫਾਰਮੇਸ਼ਨ ਹੋ ਸਕੇ। ਉਹ ਤੋਂ ਬਾਅਦ ਐਟਮਸ ਹੈ ਜਿਹੜੇ ਨਾ ਤਾਂ ਉਹਨਾਂ ਨੂੰ ਕ੍ਰੀਏਟ ਕੀਤਾ ਜਾ ਸਕਦਾ ਨਾ ਡਿਸਟਰੋਏ ਕੀਤਾ ਜਾ ਸਕਦਾ। ਤੇ ਜਿਹੜਾ ਨਿਊ ਪ੍ਰੋਡਕਟਸ ਨੇ ਉਹਨਾਂ ਦੀ ਫਾਰਮੇਸ਼ਨ ਹੁੰਦੀ ਹੈ ਰੀਅਰੇਂਜਮੈਂਟ ਕਰਕੇ ਐਟਮਸ ਨੂੰ ਕੈਮੀਕਲ ਰਿਐਕਸ਼ਨ ਦੇ ਵਿੱਚ। ਓਕੇ, ਤੇ ਜਿਹੜਾ ਰਿਲੇਟਿਵ ਨੰਬਰ ਹੈ ਤੇ ਕਾਈਂਡ ਆਫ ਐਟਮ ਹੈ ਉਹ ਕਿਸੇ ਵੀ ਕੰਪਾਊਂਡ ਦੇ ਲਈ ਕਾਂਸਟੈਂਟ ਹੁੰਦੇ ਆ। ਬਸ ਮੇਨ ਤੁਸੀਂ ਇਹ ਯਾਦ ਰੱਖਣਾ ਹੈ ਕਿ ਐਟਮ ਦੀ ਡਿਸਕਵਰੀ ਡਾਲਟਨ ਐਟੋਮਿਕ ਥਿਊਰੀ ਨੇ ਕੀਤੀ ਸੀ। ਉਹ ਤੋਂ ਬਾਅਦ ਨੈਕਸਟ ਐਟੋਮਿਕ ਮਾਸ। ਸੋ ਐਟੋਮਿਕ ਮਾਸ ਕੀ ਹੈ, ਟੋਟਲ ਨੰਬਰ ਆਫ ਮਾਸ ਕਿੰਨਾ ਇਲੈਕਟ੍ਰੋਨ, ਪ੍ਰੋਟੋਨ ਤੇ ਨਿਊਟਰੋਨ ਦਾ ਐਟਮ ਦੇ ਵਿੱਚ। ਓਕੇ, ਤੇ ਮਾਸ ਹੈ ਜਿਹੜਾ ਐਟੋਮਿਕ ਪਾਰਟੀਕਲ ਉਹਨੂੰ ਆਪਾਂ ਐਟੋਮਿਕ ਮਾਸ ਵੀ ਬੋਲਦੇ ਹਾਂ। ਤੇ ਇਹਨੂੰ ਐਕਸਪ੍ਰੈਸ ਕੀਤਾ ਜਾਂਦਾ ਹੈ ਐਜ਼ ਪਰ ਇੰਟਰਨੈਸ਼ਨਲ ਐਗਰੀਮੈਂਟ ਇਨ ਟਰਮਸ ਆਫ ਯੂਨੀਫਾਈਡ ਐਟੋਮਿਕ ਮਾਸ ਯੂਨਿਟ। ਠੀਕ ਹੈ। ਤੇ ਜਿਹੜਾ ਐਟੋਮਿਕ ਮਾਸ ਯੂਨਿਟ ਹੈ ਇਹਨੂੰ ਬੇਸਿਕਲੀ ਆਪਾਂ ਕੀ ਬੋਲਦੇ ਹਾਂ, 1/12 ਆਫ ਮਾਸ ਆਫ ਕਾਰਬਨ 12 ਐਟਮ ਇਨ ਗਰਾਊਂਡ ਸਟੇਟ।
ਇਹ ਯਾਦ ਰੱਖਿਓ, ਇੱਕ ਵਾਰ ਪੇਪਰ 'ਚ ਵੀ ਪੁੱਛਿਆ ਗਿਆ ਸੀ ਕਿ ਐਟੋਮਿਕ ਮਾਸ ਨੂੰ ਕਿਵੇਂ ਡਿਫਾਈਨ ਕਰਦੇ ਆ ਕਿ ਕਾਰਬਨ 12 ਐਟਮ ਦਾ 1 ਜਿੰਨਾ ਮਾਸ ਆ ਉਹਦਾ 1/12 ਲੈ ਕੇ। ਦੈਨ ਮੋਲੀਕੂਲਰ ਮਾਸ ਹੈ ਜਿਹੜਾ ਕਿਸੇ ਐਲੀਮੈਂਟ ਦਾ ਕੀ ਹੁੰਦਾ, ਸਮ ਆਫ ਮਾਸ ਆਫ ਐਲੀਮੈਂਟਸ ਪ੍ਰੈਜ਼ੈਂਟ ਇਨ ਮੋਲੀਕਿਊਲ। ਓਕੇ, ਜਿਹੜਾ ਮੋਲੀਕੂਲਰ ਮਾਸ ਆ ਆਪਾਂ ਕਿਵੇਂ ਕੱਢਦੇ ਆ, ਐਟੋਮਿਕ ਮਾਸ ਹੈ ਜਿਹੜਾ ਐਲੀਮੈਂਟ ਦਾ ਉਹਨੂੰ ਮਲਟੀਪਲਾਈ ਕਰਕੇ ਨੰਬਰ ਆਫ ਐਟਮਸ ਕਿੰਨੇ ਨੇ ਉਹਦੇ, ਠੀਕ ਹੈ, ਤੇ ਉਹਨਾਂ ਨੂੰ ਆਪਾਂ ਫਿਰ ਐਡ ਕਰ ਦਿੰਦੇ ਆ। ਉਹ ਤੋਂ ਬਾਅਦ ਦੇਖੋ ਨੈਕਸਟ ਆਪਣੇ ਕੋਲ ਹੈ ਥॉमसन ਐਟੋਮਿਕ ਮਾਡਲ। ਸੋ ਇੰਗਲਿਸ਼ ਕੈਮਿਸਟ ਸਰ ਜੋਸਫ ਜੌਨ ਥॉमसन ਨੇ ਇੱਕ ਮਾਡਲ ਦਿੱਤਾ ਸੀ ਜਿਹਦੇ ਵਿੱਚ ਉਹਨੇ ਐਟੋਮਿਕ ਸਟਰਕਚਰ ਦੇ ਬਾਰੇ ਦੱਸਿਆ ਸੀਗਾ। ਸੋ ਥॉमसन ਨੇ ਕੈਥੋਡ ਰੇ ਐਕਸਪੈਰੀਮੈਂਟ ਕੀਤਾ ਤੇ ਉਹਦੇ ਕਨਕਲੂਜਨ ਦੇ ਬੇਸਿਸ ਤੇ ਹੀ ਜਿਹੜਾ ਥॉमसन ਆ ਉਹਨੇ ਐਟੋਮਿਕ ਸਟਰਕਚਰ ਨੂੰ ਡਿਫਾਈਨ ਕੀਤਾ ਸੀ ਕਿ ਇੱਕ ਪੋਜ਼ਿਟਿਵਲੀ ਚਾਰਜ ਸਫੀਅਰ ਹੈ ਤੇ ਜਿਹਦੇ ਵਿੱਚ ਨੈਗੇਟਿਵਲੀ ਚਾਰਜ ਹੈ ਜਿਹੜੇ ਉਹ ਇੰਬੈਡ ਹੋਏ ਨੇ। ਸੋ ਇਹਨੇ ਬੇਸਿਕਲੀ ਕੀ ਕਿਹਾ ਕਿ ਜਿਹੜਾ ਆਪਣੇ ਕੋਲ ਐਟਮ ਹੈ, ਠੀਕ ਹੈ, ਬੇਸਿਕਲੀ ਕੀ ਹੈ ਕਿ ਇਹਦੇ ਵਿੱਚ ਐਵੇਂ ਕਰਕੇ ਪੋਜ਼ਿਟਿਵ ਚਾਰजेस ਨੇ ਸਾਰੇ ਕਿਤੇ ਤੇ ਇਲੈਕਟ੍ਰੋਨਸ ਨੇ ਨਾ ਜਿਹੜੇ ਉਹ ਐਵੇਂ ਵਿੱਚ ਪਏ ਨੇ, ਠੀਕ ਹੈ। ਸੋ ਯਾਨੀ ਕਿ ਜਿਹੜਾ ਇਹਨੇ ਮਾਡਲ ਦਿੱਤਾ ਉਹਨੂੰ ਆਪਾਂ ਪਲਮ ਪੁਡਿੰਗ ਮਾਡਲ ਵੀ ਬੋਲਦੇ ਹਾਂ ਬਿਕੋਜ਼ ਤੁਸੀਂ ਐਂ ਲੈ ਸਕਦੇ ਹੋ ਕਿ ਆਪਣੇ ਕੋਲ ਪੂਰੀ ਖੀਰ ਹੈ, ਠੀਕ ਹੈ, ਜਿਹੜੇ ਪੋਜ਼ਿਟਿਵ ਚਾਰਜ ਹੈ ਤੇ ਉਹਦੇ ਵਿੱਚ ਜਿਵੇਂ ਆਪਾਂ ਬਦਾਮ ਪਾ ਦਿੰਦੇ ਹਾਂ ਜਾਂ ਕੁਝ ਹੋਰ ਪਾ ਦਿੰਦੇ ਹਾਂ, ਠੀਕ ਹੈ, ਉਹ ਨੇ ਨੈਗੇਟਿਵਲੀ ਚਾਰਜ ਪਾਰਟੀਕਲ। ਸੋ ਇਸ ਕਰਕੇ ਜਿਹੜਾ ਥॉमसन ਦਾ ਐਟੋਮਿਕ ਮਾਡਲ ਉਹਨੂੰ ਪਲਮ ਪੁਡਿੰਗ ਮਾਡਲ ਵੀ ਬੋਲਦੇ ਆ। ਓਕੇ, ਉਹ ਤੋਂ ਬਾਅਦ ਨੈਕਸਟ ਹੈ ਕਿ ਜਿਹੜਾ ਥॉमसन ਦਾ ਐਟੋਮਿਕ ਸਟਰਕਚਰ ਜੋ ਉਹਨੇ ਦੱਸਿਆ ਸੀਗਾ ਉਹਦੇ ਮੁਤਾਬਿਕ ਜਿਹੜੇ ਐਟਮਸ ਨੇ ਉਹ ਇਲੈਕਟ੍ਰੀਕਲੀ ਨਿਊਟਰਲ ਨੇ, ਕਿ ਪੋਜ਼ਿਟਿਵਲੀ ਤੇ ਨੈਗੇਟਿਵਲੀ ਚਾਰਜ ਪਾਰਟੀਕਲਸ ਨੇ ਜਿਹੜੇ ਉਹ ਇਕੁਅਲ ਹੁੰਦੇ ਆ, ਠੀਕ ਹੈ। ਬਟ ਇਹਦੀ ਇੱਕ ਲਿਮਿਟੇਸ਼ਨ ਵੀ ਸੀ ਥॉमसन ਦੇ ਐਟੋਮਿਕ ਸਟਰਕਚਰ ਦੀ, ਉਹ ਕੀ ਸੀ ਕਿ ਇਹ ਐਟਮ ਦੀ ਸਟੇਬਿਲਿਟੀ ਨੂੰ ਅੱਛੇ ਤਰੀਕੇ ਨਾਲ ਡਿਫਾਈਨ ਨਹੀਂ ਕਰ ਪਾਇਆ। ਓਕੇ, ਸੋ ਇਸ ਕਰਕੇ ਜਿਹੜਾ ਇਹਦਾ ਮਾਡਲ ਸੀਗਾ ਉਹ ਫੇਲ ਹੋ ਗਿਆ ਸੀ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਹੈ ਕੈਥੋਡ ਰੇ ਐਕਸਪੈਰੀਮੈਂਟ। ਬਸ ਇਹਦੇ ਵਿੱਚ ਤੁਸੀਂ ਇਹ ਯਾਦ ਰੱਖਣਾ ਕਿ ਇਹ ਵਾਲੇ ਐਕਸਪੈਰੀਮੈਂਟ ਦੀ ਹੈਲਪ ਦੇ ਨਾਲ ਜਿਹੜਾ ਜੇ ਥॉमसन ਸੀ ਉਹਨੇ ਇਲੈਕਟ੍ਰੋਨਸ ਦੇ ਹੋਣ ਦੇ ਬਾਰੇ ਦੱਸਿਆ ਸੀ, ਬਸ ਇੰਨਾ ਕੁ ਯਾਦ ਰੱਖਣਾ ਹੈ। ਉਹ ਤੋਂ ਬਾਅਦ ਨੈਕਸਟ ਰਦਰਫੋਰਡ ਮਾਡਲ। ਰਦਰਫੋਰਡ ਨੇ ਕੀ ਕਿਹਾ ਕਿ ਫਾਸਟ ਮੂਵਿੰਗ ਅਲਫਾ ਪਾਰਟੀਕਲਸ ਜਿਹੜੇ ਨੇ ਜਦੋਂ ਉਹਨਾਂ ਨੂੰ ਆਪਾਂ ਗੋਲਡ ਫੋਇਲ ਦੇ ਉੱਪਰ ਫਾਲ ਕਰਵਾਉਂਦੇ ਆ ਤਾਂ ਕੀ ਆਬਜ਼ਰਵੇਸ਼ਨਸ ਆਉਂਦੀਆਂ ਨੇ। ਤਾਂ ਉਹਨੇ ਕੀ ਕਿਹਾ ਕਿ ਜਿਹੜੇ ਮੇਜਰ ਫ੍ਰੈਕਸ਼ਨ ਅਲਫਾ ਪਾਰਟੀਕਲਸ ਹੈ ਉਹ ਗੋਲਡ ਸ਼ੀਟ ਦੇ ਵਿੱਚ ਜਿਹੜੇ ਪਾਸ ਹੋ ਰਹੇ ਨੇ ਉਹ ਸਿੱਧੇ ਪਾਸ ਹੋ ਗਏ, ਠੀਕ ਹੈ, ਕੁਝ ਐਵੇਂ ਪਾਸ ਹੋ ਗਏ, ਕੁਝ ਇਸ ਤਰੀਕੇ ਨਾਲ ਪਾਸ ਹੋਏ ਸੀਗੇ ਤੇ ਕੁਝ ਐਵੇਂ ਐਂਗੂਲਰ ਤੇ ਪਾਸ ਹੋਏ ਸੀ। ਸੋ ਇਸ ਤਰੀਕੇ ਨਾਲ ਪਾਸ ਹੋਏ ਸੀ ਜਿਹੜੇ ਅਲਫਾ ਪਾਰਟੀਕਲ ਰੇਜ਼ ਸੀਗੀਆਂ, ਠੀਕ ਹੈ। ਉਹਨੇ ਕੀ ਕਿਹਾ ਕਿ ਯੂਨੀਫਾਰਮਲੀ ਡਿਸਟ੍ਰੀਬਿਊਟ ਨਹੀਂ ਹੈਗੀ ਜਿਹੜੇ ਵੀ ਰੇਜ਼ ਇਹਦੇ ਵਿੱਚੋਂ ਪਾਸ ਹੋ ਰਹੀਆਂ ਨੇ। ਕੁਝ ਅਲਫਾ ਪਾਰਟੀਕਲ ਜਿਹੜੀ ਰੇਜ਼ ਨੇ ਉਹ ਵਾਪਿਸ ਮੁੜ ਕੇ ਆ ਗਈਆਂ, ਕੁਝ ਸਿੱਧਾ ਲੰਘ ਗਿਆ ਤੇ ਕੁਝ ਐਂਗਲਸ ਦੇ ਨਾਲ ਡਿਫਲੈਕਟ ਹੋ ਕੇ ਲੰਘ ਗਿਆ। ਸੋ ਇੱਥੋਂ ਕੀ ਪਤਾ ਲੱਗਦਾ ਹੈ ਕਿ ਅਲਫਾ ਪਾਰਟੀਕਲ ਜਿਹੜੇ ਨੇ ਉਹ ਕਿਨੇ ਪੋਜ਼ਿਟਿਵ ਨੇ, ਕਿ ਇੱਥੇ ਵੀ ਅੰਦਰ ਕੋਈ ਪੋਜ਼ਿਟਿਵ ਬੋਡੀ ਹੈ ਜਿਹਦੇ ਕਰਕੇ ਜਿਹੜੀ ਰੇਜ਼ ਨੇ ਕਈ ਵਾਪਿਸ ਆ ਗਈਆਂ, ਠੀਕ ਹੈ, ਕਈ ਥੋੜੀ ਜਿਹੀ ਡਿਫਲੈਕਟ ਹੋ ਕੇ ਲੰਘ ਗਈਆਂ ਤੇ ਜਿਹੜੀ ਦੂਰੋਂ ਲੰਘ ਰਹੀਆਂ ਸੀ ਉਹ ਸਿੱਧਾ ਚਲੀ ਗਈਆਂ, ਇਹ ਉਹਨੇ ਦੱਸਿਆ। ਸੋ ਰਦਰਫੋਰਡ ਨੇ ਜਿਹੜਾ ਮਾਡਲ ਦਿੱਤਾ ਸੀ ਐਟਮ ਦਾ, ਠੀਕ ਹੈ, ਉਹਨੂੰ ਆਪਾਂ ਅਲਫਾ ਪਾਰਟੀਕਲਸ ਸਕੈਟਰਿੰਗ ਐਕਸਪੈਰੀਮੈਂਟ ਵੀ ਬੋਲਦੇ। ਉਹਨੇ ਕੀ ਕਿਹਾ ਸੀ ਕਿ ਇੱਕ ਪੋਜ਼ਿਟਿਵਲੀ ਚਾਰਜ ਪਾਰਟੀਕਲ ਹੈ ਸੈਂਟਰ ਦੇ ਵਿੱਚ ਤੇ ਉਹਨੂੰ ਆਪਾਂ ਕੀ ਬੋਲਦੇ ਆ, ਨਿਊਕਲੀਅਸ, ਠੀਕ ਹੈ, ਤੇ ਜਿਹੜਾ ਪੂਰਾ ਮਾਸ ਹੈ ਐਟਮ ਦਾ ਉਹ ਨਿਊਕਲੀਅਸ ਦੇ ਵਿੱਚ ਹੈ। ਜਿਹੜੇ ਇਲੈਕਟ੍ਰੋਨਸ ਨੇ ਉਹ ਨਿਊਕਲੀਅਸ ਦੇ ਆਲੇ ਦੁਆਲੇ ਆਰਬਿਟਲਸ ਦੇ ਵਿੱਚ ਘੁੰਮਦੇ ਨੇ ਤੇ ਜਿਹੜਾ ਸਾਈਜ਼ ਹੈ ਨਿਊਕਲੀਅਸ ਦਾ ਉਹ ਬਹੁਤ ਛੋਟਾ ਹੈ ਐਸ ਕੰਪੇਅਰ ਟੂ ਸਾਈਜ਼ ਆਫ ਐਟਮ। ਓਕੇ, ਤਾਂ ਹੀ ਕਰਕੇ ਦੇਖੋ ਐਵੇਂ ਹੈ ਨਾ ਕਿ ਬਹੁਤ ਸਾਰੀ ਰੇਜ਼ ਨੇ ਜਿਹੜੀਆਂ ਸਿੱਧੀਆਂ ਲੰਘ ਗਈਆਂ ਤੇ ਕੁਛ ਐਸੀਆਂ ਰੇਜ਼ ਨੇ ਜਿਹੜੀਆਂ ਕਿ ਉਹਦੇ ਕੋਲੋਂ ਲੰਘੀਆਂ ਹੋਣਗੀਆਂ ਨਿਊਕਲੀਅਸ ਦੇ ਜੋ ਕਿ ਡਿਫਲੈਕਟ ਕਰ ਰਹੀਆਂ ਨੇ ਤੇ ਕਾਫੀ ਸਾਰੀਆਂ ਸਿੱਧੀਆਂ ਲੰਘੀਆਂ, ਮਤਲਬ ਐਟਮ ਬਹੁਤ ਬੜਾ ਹੈ। ਹੁਣ ਨੈਕਸਟ ਆਪਣੇ ਕੋਲ ਹੈ ਪ੍ਰੋਪਰਟੀਜ਼ ਆਫ ਇਲੈਕਟ੍ਰੋਨਸ, ਪ੍ਰੋਟੋਨਸ ਤੇ ਨਿਊਟਰੋਨਸ। ਇਹਦੇ ਉੱਪਰ ਵੀ ਪੇਪਰ 'ਚ ਬਹੁਤ ਵਾਰ ਪੁੱਛੇ ਹੁੰਦੇ ਆ ਕੁਐਸਚਨ। ਸੋ ਦੇਖੋ ਜਿਹੜਾ ਇਲੈਕਟ੍ਰੋਨ ਉਹ ਤੇ 1 ਯੂਨਿਟ ਨੈਗੇਟਿਵ ਚਾਰਜ ਹੁੰਦਾ ਹੈ, ਪ੍ਰੋਟੋਨ ਤੇ 1 ਯੂਨਿਟ ਪੋਜ਼ਿਟਿਵ ਚਾਰਜ ਹੁੰਦਾ ਹੈ। ਤੇ ਅਗਰ ਆਪਾਂ ਉਂਝ ਦੇਖੀਏ ਤਾਂ ਕਿਹਦੇ ਇਕੁਅਲ ਹੁੰਦਾ ਚਾਰਜ -1.602 × 10⁻⁻19 ਕੂਲਮ, ਠੀਕ ਹੈ, ਮਾਈਨਸ ਵਾਲਾ ਇਲੈਕਟ੍ਰੋਨ ਦਾ, ਪੋਜ਼ਿਟਿਵ ਵਾਲਾ ਪ੍ਰੋਟੋਨ ਦਾ। ਉਹ ਤੋਂ ਬਾਅਦ ਅਗਰ ਆਪਾਂ ਮਾਸ ਦੀ ਗੱਲ ਕਰੀਏ ਤਾਂ ਇਲੈਕਟ੍ਰੋਨ ਦਾ ਕਿੰਨਾ 9.11 × 10⁻31 kgs। ਓਕੇ, ਤੇ ਜਿਹੜਾ ਇਲੈਕਟ੍ਰੋਨ ਹੈ ਉਹ ਨਿਊਕਲੀਅਸ ਦੇ ਬਾਹਰ ਹੁੰਦਾ ਹੈ। ਪ੍ਰੋਟੋਨ ਦੇ ਉੱਪਰ ਅਗਰ ਮਾਸ ਦੀ ਗੱਲ ਕਰੀਏ ਤਾਂ ਪ੍ਰੋਟੋਨ ਦਾ ਮਾਸ ਕਿੰਨਾ ਹੈ 1.673 × 10⁻27 kg ਤੇ ਨਿਊਕਲੀਅਸ ਦੇ ਅੰਦਰ ਹੁੰਦਾ ਹੈ। ਜਿਹੜਾ ਨਿਊਟਰੋਨ ਹੈ ਉਹਦਾ ਕੋਈ ਚਾਰਜ ਨਹੀਂ ਹੁੰਦਾ ਤੇ ਇਹਦਾ ਮਾਸ ਕਿੰਨਾ ਹੁੰਦਾ ਹੈ 1.675 × 10⁻27 kg ਤੇ ਇਹ ਨਿਊਕਲੀਅਸ ਦੇ ਅੰਦਰ ਹੁੰਦਾ ਹੈ। ਤੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਹਾਂ ਜਿਹਦੇ ਉੱਪਰ ਪੇਪਰ 'ਚ ਬਹੁਤ ਵਾਰ ਕੁਐਸਚਨ ਆਉਂਦਾ ਹੈ ਕਿ ਇਹਨਾਂ ਦੀ ਡਿਸਕਵਰੀ ਕਿਹਨੇ ਕੀਤੀ, ਠੀਕ ਹੈ। ਸਭ ਤੋਂ ਪਹਿਲਾਂ ਅਗਰ ਆਪਾਂ ਇਲੈਕਟ੍ਰੋਨ ਦੀ ਗੱਲ ਕਰੀਏ, ਇਲੈਕਟ੍ਰੋਨ ਦੀ ਡਿਸਕਵਰੀ ਕੀਤੀ ਸੀ ਜੇ ਥॉमसन ਨੇ, ਇਹ ਯਾਦ ਰੱਖਿਓ, ਇੰਪੋਰਟੈਂਟ ਹੈ।
ਉਹ ਤੋਂ ਬਾਅਦ ਨੈਕਸਟ ਅਗਰ ਆਪਾਂ ਪ੍ਰੋਟੋਨ ਦੀ ਗੱਲ ਕਰੀਏ, ਪ੍ਰੋਟੋਨ ਦੀ ਡਿਸਕਵਰੀ ਕੀਤੀ ਸੀ ਈ ਰਦਰਫੋਰਡ ਨੇ। ਤੇ ਅਗਰ ਆਪਾਂ ਨਿਊਟਰੋਨ ਦੀ ਗੱਲ ਕਰੀਏ, ਨਿਊਟਰੋਨ ਦੀ ਡਿਸਕਵਰੀ ਕੀਤੀ ਸੀ ਜੇਮਸ ਚੈਡਵਿਕ ਨੇ। ਠੀਕ ਹੈ, ਯਾਦ ਰੱਖਿਓ ਤਿੰਨਾਂ ਦੇ ਨਾਮ ਇੰਪੋਰਟੈਂਟ ਹੈ। ਓਕੇ, ਸੋ ਨੈਕਸਟ ਹੁਣ ਆਪਾਂ ਕੁਝ ਹੋਰ ਇਹਨਾਂ ਦੀ ਪ੍ਰੋਪਰਟੀਜ਼ ਬਾਰੇ ਪੜ੍ਹਦੇ ਹਾਂ ਕਿਉਂਕਿ ਬਹੁਤ ਇੰਪੋਰਟੈਂਟ ਨੇ। ਸਭ ਤੋਂ ਪਹਿਲਾਂ ਅਗਰ ਪ੍ਰੋਟੋਨ ਦੀ ਗੱਲ ਕਰੀਏ, ਪੋਜ਼ਿਟਿਵਲੀ ਚਾਰਜ ਸਬ ਐਟੋਮਿਕ ਪਾਰਟੀਕਲ ਹੈ ਤੇ ਇਹਨਾਂ ਉੱਪਰ ਤੁਹਾਨੂੰ ਦੱਸ ਚੁੱਕੀ ਕਿੰਨਾ ਚਾਰਜ ਹੈ 1.602 into 10 raised to power minus 19। ਮਾਸ ਕਿੰਨਾ ਹੁੰਦਾ 1.67 into 10 raised to power minus 24। ਜਿਹੜੇ ਪ੍ਰੋਟੋਨਸ ਹੈ ਉਹ 1800 ਟਾਈਮਸ ਹੈਵੀਅਰ ਹੈ ਇਲੈਕਟ੍ਰੋਨ ਤੋਂ ਤੇ ਟੋਟਲ ਨੰਬਰ ਆਫ ਪ੍ਰੋਟੋਨ ਹੈ ਜਿਹੜੇ ਉਹ ਇਕੁਅਲ ਹੁੰਦੇ ਆ ਕਿਹਦੇ, ਐਟੋਮਿਕ ਨੰਬਰ ਆਫ ਐਲੀਮੈਂਟ ਦੇ। ਠੀਕ ਹੈ, ਸੋ ਐਟੋਮਿਕ ਨੰਬਰ ਹੈ ਜਿਹੜਾ ਐਲੀਮੈਂਟ ਦਾ ਕਿਹਦੇ ਇਕੁਅਲ ਹੁੰਦਾ ਹੈ ਕਿ ਉਹਦੇ ਵਿੱਚ ਕਿੰਨੇ ਪ੍ਰੋਟੋਨਸ ਹੈ। ਉਹ ਤੋਂ ਬਾਅਦ ਨੈਕਸਟ ਹੈ ਨਿਊਟਰੋਨਸ। ਮਾਸ ਹੈ ਜਿਹੜਾ ਨਿਊਟਰੋਨ ਦਾ ਉਹ ਸੇਮ ਹੁੰਦਾ ਪ੍ਰੋਟੋਨ ਦੀ ਤਰ੍ਹਾਂ ਆਲਮੋਸਟ, ਕਿੰਨਾ ਹੁੰਦਾ 1.674 into 10 raised to power minus 24। ਠੀਕ ਹੈ, ਨਿਊਟਰੋਨਸ ਹੈ ਜਿਹੜੇ ਇਲੈਕਟ੍ਰੀਕਲੀ ਨਿਊਟਰਲ ਚਾਰਜ ਪਾਰਟੀਕਲਸ ਹੈ ਤੇ ਇਹਨਾਂ ਵਿੱਚ ਕੋਈ ਵੀ ਚਾਰਜ ਨਹੀਂ ਹੁੰਦਾ, ਮਤਲਬ ਇਲੈਕਟ੍ਰੀਕਲੀ ਨਿਊਟਰਲ ਨੇ। ਆਈ ਥਿੰਕ ਮੈਂ ਚਾਰਜ ਬੋਲ ਗਈ ਸੀ, ਸੌਰੀ ਫॉर दैट। ਸੋ ਨਿਊਟਰੋਨਸ ਇਲੈਕਟ੍ਰੀਕਲੀ ਨਿਊਟਰਲ ਪਾਰਟੀਕਲਸ ਹੈ ਤੇ ਇਹਨਾਂ ਉੱਪਰ ਕੋਈ ਚਾਰਜ ਨਹੀਂ ਹੁੰਦਾ। ਡਿਫਰੈਂਟ ਆਈਸੋਟੋਪਸ ਹੈ ਜਿਹੜੇ ਐਲੀਮੈਂਟ ਦੇ, ਉਹਨਾਂ ਵਿੱਚ ਸੇਮ ਨੰਬਰ ਆਫ ਪ੍ਰੋਟੋਨਸ ਹੋ ਸਕਦੇ ਨੇ ਬਟ ਨਿਊਟਰੋਨਸ ਜਿਹੜੇ ਨੇ ਉਹ ਅਲੱਗ ਹੋਣਗੇ। ਓਕੇ, ਉਹ ਤੋਂ ਬਾਅਦ ਇਲੈਕਟ੍ਰੋਨਸ, ਜਿਹੜਾ ਚਾਰਜ ਹੈ ਇਲੈਕਟ੍ਰੋਨ ਦੇ ਉੱਪਰ -1.602 into 10 raised to power minus 19 ਹੁੰਦਾ। ਮਾਸ ਹੈ ਜਿਹੜਾ ਇਲੈਕਟ੍ਰੋਨ ਦਾ ਕਿੰਨਾ ਹੁੰਦਾ 9.1 into 10 raised to power minus 31। ਸੋ ਦੇਖੋ ਜਿਹੜੇ ਇਲੈਕਟ੍ਰੋਨਸ ਅਗਰ ਆਪਾਂ ਉਹਦੇ ਮਾਸ ਦੀ ਗੱਲ ਕਰੀਏ ਤਾਂ ਇਹਨਾਂ ਦਾ ਮਾਸ ਬਹੁਤ ਜ਼ਿਆਦਾ ਘੱਟ ਹੁੰਦਾ। ਸੋ ਜਦੋਂ ਮਾਸ ਆਪਾਂ ਕੱਢਦੇ ਹਾਂ ਐਟਮ ਦਾ, ਜਨਰਲੀ ਆਪਾਂ ਇਹਨਾਂ ਨੂੰ ਇਗਨੋਰ ਕਰ ਦਿੰਦੇ ਹਾਂ। ਓਕੇ, ਉਹ ਤੋਂ ਬਾਅਦ ਦੈਨ ਨੈਕਸਟ ਆਪਣੇ ਕੋਲ ਹੈ ਬੋਹਰ ਮਾਡਲ ਆਫ ਐਟਮ। ਜਿਹੜਾ ਬੋਹਰ ਹੈ ਉਹ ਕੁਝ ਪ੍ਰੋਸਟੀਲੇਟਸ ਦੇ ਨਾਲ ਆਇਆ ਸੀ। ਠੀਕ ਹੈ, ਮਤਲਬ ਰਦਰਫੋਰਡ ਮਾਡਲ ਦੇ ਅਗੇਂਸਟ ਉਹਨੇ ਕੁਝ ਆਪਣੇ ਦਿੱਤੀਆਂ ਸੀ ਚੀਜ਼ਾਂ। Electron revolve around nucleus in stable orbit without emission of radiant energy. Each orbit has defined energy and is called energy shell or energy level। ਇਹਨੇ ਕੀ ਕਿਹਾ ਬੋਹਰ ਨੇ ਕਿ ਜਿਹੜੇ ਇਲੈਕਟ੍ਰੋਨਸ ਨੇ ਉਹ ਨਿਊਕਲੀਅਸ ਦੇ ਅਰਾਊਂਡ ਘੁੰਮਦੇ ਨੇ। ਠੀਕ ਹੈ, ਬਟ ਉਹ ਨਿਊਕਲੀਅਸ ਦੇ ਅਰਾਊਂਡ ਇੱਕ ਡੈਫੀਨਿਟ એનર્ਜੀ ਦੇ ਨਾਲ ਘੁੰਮਦੇ ਨੇ। ਠੀਕ ਹੈ, ਤੇ ਉਹਨੂੰ ਆਪਾਂ ਕੀ ਬੋਲਦੇ ਆ, એનર્ਜੀ ਸ਼ੈਲ। ਠੀਕ ਹੈ, ਜਿਹੜਾ ਆਰਬਿਟ ਹੈ ਜਾਂ એનર્ਜੀ ਲੈਵਲ ਹੈ ਉਹਨੂੰ ਆਪਾਂ ਨੇ ਨਾਮ ਦਿੱਤੇ ਹੋਏ ਆ, ਜਿਵੇਂ K ਪਹਿਲਾ, ਫਿਰ ਦੈਨ L, ਫਿਰ M, ਫਿਰ N। ਠੀਕ ਹੈ, ਜਦੋਂ ਇਲੈਕਟ੍ਰੋਨ ਲੋਐਸਟ એનર્ਜੀ ਲੈਵਲ 'ਚ ਹੁੰਦਾ ਤਾਂ ਉਹਨੂੰ ਆਪਾਂ ਬੋਲਦੇ ਹਾਂ ਕਿ ਗਰਾਊਂਡ ਸਟੇਟ 'ਚ ਹੈ। ਜਿਹੜਾ ਇਲੈਕਟ੍ਰੋਨ ਹੈ ਉਹ ਐਮਿਟ ਤੇ ਅਬਜ਼ੌਰਬ ਕਰਦਾ એનર્ਜੀ ਜਦੋਂ ਜੰਪ ਕਰਦਾ ਇੱਕ ਆਰਬਿਟ ਤੋਂ ਕਿਸੇ ਦੂਸਰੇ ਆਰਬਿਟ ਦੇ ਵਿੱਚ। ਓਕੇ, ਜਦੋਂ ਇਹ ਜੰਪ ਕਰੂਗਾ ਹਾਇਰ એનર્ਜੀ ਲੈਵਲ ਤੋਂ ਲੋਅਰ એનર્ਜੀ ਲੈਵਲ ਦੇ ਵਿੱਚ ਤਾਂ ਐਮਿਟ ਕਰੂਗਾ એનર્ਜੀ, ਤੇ ਜਦੋਂ ਉਹ ਛੋਟੇ ਤੋਂ ਬੜੇ ਲੈਵਲ ਤੇ ਜਾਊਗਾ ਤਾਂ એનર્ਜੀ ਨੂੰ ਐਬਜ਼ੌਰਬ ਕਰੂਗਾ। ਇਹ ਮਤਲਬ ਹੈ। ਸੋ ਇਹਦੇ ਵਿੱਚ ਦੇਖੋ ਆਪਣੇ ਕੋਲ ਡਿਫਰੈਂਟ ਸ਼ੈਲਸ ਹੈ, ਜਿਵੇਂ ਸਭ ਤੋਂ ਪਹਿਲਾਂ K ਸ਼ੈਲ ਹੋ ਗਿਆ, ਦੈਨ L, ਦੈਨ M, ਦੈਨ N। ਠੀਕ ਹੈ, 1 2 3 4 ਕਰਕੇ ਵੀ ਰਿਪਰੈਜ਼ੈਂਟ ਕਰਦੇ ਆ। ਉਹ ਤੋਂ ਬਾਅਦ ਪੇਪਰ 'ਚ ਨਾ ਬੋਹਰ ਦੇ ਬਾਰੇ ਇਹ ਚੀਜ਼ ਜ਼ਰੂਰ ਪੁੱਛੀ ਜਾਂਦੀ ਹੈ ਕਿ ਕਿਹੜੀ ਐਸੀ ਥਿਊਰੀ ਸੀ ਜਿਹਨੇ ਦੱਸਿਆ ਸੀ ਕਿ ਇਲੈਕਟ੍ਰੋਨ ਹੈ ਜਿਹੜੇ ਉਹ ਫਿਕਸਡ ਪਾਥ ਦੇ ਵਿੱਚ ਘੁੰਮਦੇ ਨੇ, ਜਿਨ੍ਹਾਂ ਨੂੰ ਆਪਾਂ ਆਰਬਿਟਸ ਬੋਲਦੇ ਹਾਂ। ਸੋ ਇਹ ਦੱਸਿਆ ਸੀ ਬੋਹਰ ਦੀ ਐਟੋਮਿਕ ਥਿਊਰੀ ਨੇ। ਓਕੇ, ਇਹ ਚੀਜ਼ ਯਾਦ ਰੱਖਿਓ ਇਹਦੇ ਵਿੱਚ। ਠੀਕ ਹੈ, ਨੈਕਸਟ ਆਪਣੇ ਕੋਲ ਹੈ ਕੁਆਂਟਮ ਨੰਬਰ। ਸੋ 4 ਤਰੀਕੇ ਦੇ ਕੁਆਂਟਮ ਨੰਬਰ ਹੁੰਦੇ ਆ। ਕੁਆਂਟਮ ਨੰਬਰ ਨਾਲ ਬੇਸਿਕਲੀ ਆਪਾਂ ਨੂੰ ਇਲੈਕਟ੍ਰੋਨਸ ਦਾ ਐਡਰੈਸ ਪਤਾ ਲੱਗਦਾ ਹੈ। ਸੋ ਸਭ ਤੋਂ ਪਹਿਲਾਂ ਹੈਗਾ ਪ੍ਰਿੰਸੀਪਲ ਕੁਆਂਟਮ ਨੰਬਰ, N ਸਿੰਬਲ ਹੈ ਇਹਦਾ। ਇਹ ਦੱਸਦਾ ਕਿ ਆਰਬਿਟਲ ਨੰਬਰ ਕਿਹੜਾ ਹੈ ਜਿਹਦੇ ਵਿੱਚ ਇਲੈਕਟ੍ਰੋਨ ਪ੍ਰੈਜ਼ੈਂਟ ਹੈ। ਠੀਕ ਹੈ, ਜਿਵੇਂ ਆਪਾਂ ਨੇ ਪੜ੍ਹਿਆ ਕਿ K ਨੂੰ ਆਪਾਂ 1 ਨਾਲ ਰਿਪਰੈਜ਼ੈਂਟ ਕਰਦੇ ਹਾਂ, ਕਿ L ਨੂੰ 2 ਨਾਲ ਕਰਦੇ ਹਾਂ। ਸੋ ਇਹ ਦੱਸਦਾ ਹੈ। ਠੀਕ ਹੈ, ਦੈਨ ਐਜ਼ੀਮੂਥਲ ਕੁਆਂਟਮ ਨੰਬਰ L, ਇਹ ਦੱਸਦਾ ਕਿ ਕਿਹੜੇ ਸਬ ਆਰਬਿਟ ਦੇ ਵਿੱਚ ਇਲੈਕਟ੍ਰੋਨ ਪ੍ਰੈਜ਼ੈਂਟ ਹੈ। ਜਿਵੇਂ ਸਬ ਆਰਬਿਟਲ ਆਪਣੇ ਕੋਲ S, P, D, F ਐਵੇਂ ਕਰਕੇ ਹੁੰਦੇ ਆ। ਓਕੇ, ਦੈਨ ਮੈਗਨੈਟਿਕ ਕੁਆਂਟਮ ਨੰਬਰ, ਇਹ ਕੀ ਦੱਸਦਾ ਕਿ ਨੰਬਰ ਆਫ એનર્ਜੀ ਸਟੇਟ ਕਿੰਨੀਆਂ ਨੇ ਹਰੇਕ ਆਰਬਿਟ ਦੇ ਵਿੱਚ। ਓਕੇ, ਉਹ ਤੋਂ ਬਾਅਦ ਸਪਿਨ ਕੁਆਂਟਮ ਨੰਬਰ, ਇਹ ਦੱਸਦਾ ਕਿ ਡਾਇਰੈਕਸ਼ਨ ਕਿਹੜੀ ਹੈ ਘੁੰਮਣ ਦੀ ਇਲੈਕਟ੍ਰੋਨ। ਓਕੇ, ਤੇ ਇਹਦੇ ਵਿੱਚ ਯਾਦ ਰੱਖਿਓ ਕਿ ਆਪਣੇ ਕੋਲ ਜਿਹੜੀ ਡਾਇਰੈਕਸ਼ਨ ਹੈ ਉਹ ਇੱਕ ਕਲੌਕਵਾਈਜ਼ ਹੁੰਦੀ ਹੈ, ਇੱਕ ਐਂਟੀ ਕਲੌਕਵਾਈਜ਼ ਹੁੰਦੀ ਹੈ। ਠੀਕ ਹੈ, ਉਹ ਤੋਂ ਬਾਅਦ ਨੈਕਸਟ ਦੇਖੋ ਇਲੈਕਟ੍ਰੋਨਿਕ ਕਨਫਿਗਰੇਸ਼ਨ ਆਫ ਐਟਮ। ਇਲੈਕਟ੍ਰੋਨਸ ਹੈ ਜਿਹੜੇ ਉਹ SPDF ਜਿਹੜੇ ਸਬ ਸ਼ੈਲਸ ਹੈ ਉਹਨਾਂ ਵਿੱਚ ਭਰੇ ਜਾਂਦੇ ਨੇ ਇਨ ਅਕੋਰਡੈਂਸ ਵਿਦ ਫੋਲੋਇੰਗ ਰੂਲਸ। ਦੇਖੋ ਇਹਦੇ ਵਿੱਚ ਨਾ ਇੰਨੀ ਜ਼ਿਆਦਾ ਡਿਟੇਲ 'ਚ ਕਰਨ ਦੀ ਜ਼ਰੂਰਤ ਨਹੀਂ ਹੈ, ਮੈਂ ਤੁਹਾਨੂੰ ਮੇਨ ਫੈਕਟਸ ਦੱਸ ਰਹੀ ਹਾਂ ਜਿਹਦੇ ਉੱਪਰ ਪੇਪਰ 'ਚ ਕੁਐਸਚਨ ਆਉਂਦੇ ਆ। ਸੋ ਸਭ ਤੋਂ ਪਹਿਲਾਂ ਤੁਹਾਨੂੰ ਬਸ ਇਹਦੇ ਵਿੱਚ ਇਹ ਯਾਦ ਰੱਖਣਾ ਹੈ ਕਿ ਅਫਬਾਊ ਦੇ ਪ੍ਰਿੰਸੀਪਲ ਦੇ ਵਿੱਚ ਕੀ ਗੱਲ ਕੀਤੀ ਗਈ ਹੈ, ਪੋਲੀ ਐਕਸਕਲੂਜਨ ਪ੍ਰਿੰਸੀਪਲ 'ਚ ਕੀ ਗੱਲ ਕੀਤੀ ਗਈ ਹੈ, ਤੇ ਹੁਨਸ ਰੂਲ ਦੇ ਵਿੱਚ ਕੀ ਗੱਲ ਕੀਤੀ ਗਈ ਹੈ। ਸਭ ਤੋਂ ਪਹਿਲਾਂ ਅਫਬਾਊ ਪ੍ਰਿੰਸੀਪਲ, ਜਿਹੜੇ ਇਲੈਕਟ੍ਰੋਨਸ ਨੇ ਅਫਬਾਊ ਨੇ ਕੀ ਕਿਹਾ ਸੀਗਾ ਕਿ ਉਹ ਟੇਕ ਪਲੇਸ ਕਰਦੇ ਨੇ ਅਸੈਂਡਿੰਗ ਆਰਡਰ ਦੇ ਵਿੱਚ ਆਰਬਿਟਲਸ ਦੇ ਵਿੱਚ। ਮਤਲਬ ਜਿਹੜਾ ਲੋਅਰ એનર્ਜੀ ਆਰਬਿਟਲ ਹੈ ਸਭ ਤੋਂ ਪਹਿਲਾਂ ਭਰਿਆ ਜਾਊਗਾ, ਦੈਨ ਹਾਇਰ એનર્ਜੀ ਲੈਵਲ ਆਰਬਿਟਲਸ ਨੂੰ ਭਰਿਆ ਜਾਊਗਾ।
ओके उन्हें ये क्या और तो बाद पॉलीज एक्सक्लूजन प्रिंसिपल ने की क्या कि नो टू इलेक्ट्रॉन्स कैन हैव 4 क्वांटम नंबर सेम और इफ 2 इलेक्ट्रॉन्स हैव टू बी प्लेस इन एनर्जी स्टेट दे शुड बी प्लेस्ड विद ऑपोजिट स्पिन्स ਉਹਨੇ ਕੀ ਕਿਹਾ ਸੀ ਕਿ ਦੋ ਇਲੈਕਟ੍ਰੋਨ ਦੇ ਚਾਰੋਂ ਕੁਆਂਟਮ ਨੰਬਰ ਸੇਮ ਨਹੀਂ ਹੋ ਸਕਦੇ ਠੀਕ ਹੈ ਅਗਰ ਦੋ ਇਲੈਕਟ੍ਰੋਨਸ ਨੂੰ ਆਪਾਂ ਸੇਮ એનર્ਜੀ ਸਟੇਟ 'ਚ ਰੱਖਾਂਗੇ ਤਾਂ ਉਹਨਾਂ ਦੀ ਆਪੋਜ਼ਿਟ ਸਪਿਨ ਹੋਊ ਮਤਲਬ ਇੱਕ ਕਲੌਕਵਾਈਜ਼ ਮੂਵ ਕਰੂ ਇੱਕ ਐਂਟੀ ਕਲੌਕਵਾਈਜ਼ ਉਸ ਤੋਂ ਬਾਅਦ ਹੁਨਸ ਰੂਲ ਨੇ ਕੀ ਕਿਹਾ ਕਿ ਅਗਰ ਸੇਮ એનર્ਜੀ ਦੇ ਆਰਬਿਟਲਸ ਨੂੰ ਆਪਾਂ ਫਿਲ ਕਰ ਰਹੇ ਹਾਂ ਤਾਂ ਜਿਹੜੇ ਆਰਬਿਟਲਸ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਿੰਗਲੀ ਭਰਿਆ ਜਾਊਗਾ ਦੈਨ ਪੇਅਰਿੰਗ ਹੋਊਗੀ ਉਹਨਾਂ ਦੀ ਠੀਕ ਹੈ ਉਹ ਤੋਂ ਬਾਅਦ ਨੈਕਸਟ ਹੁਣ ਆਪਣੇ ਕੋਲ ਕੁਝ ਹੋਰ ਡੈਫੀਨੇਸ਼ਨ ਹੈ ਸਭ ਤੋਂ ਪਹਿਲਾਂ ਹੈਗੀ ਆਰਬਿਟਸ ਆਰਬਿਟਸ ਕੀ ਹੁੰਦੇ એનર્ਜੀ ਸ਼ੈਲਸ ਹੁੰਦੇ ਆ ਜਿਹੜੇ ਕਿ ਨਿਊਕਲੀਅਸ ਦੇ ਅਰਾਊਂਡ ਹੁੰਦੇ ਆ ਜਿਨ੍ਹਾਂ ਵਿੱਚ ਇਲੈਕਟ੍ਰੋਨਸ ਰਿਵੋਲਵ ਕਰਦੇ ਆ ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਹੈ ਇਲੈਕਟ੍ਰੋਨ ਡਿਸਟ੍ਰੀਬਿਊਸ਼ਨ ਇਨ ਡਿਫਰੈਂਟ ਆਰਬਿਟ ਇਹ ਬੋਹਰ ਤੇ ਬਰੀ ਨੇ ਕਿਹਾ ਸੀ ਕਿ ਜਿਹੜੇ ਮੈਕਸਿਮਮ ਨੰਬਰ ਆਫ ਇਲੈਕਟ੍ਰੋਨ ਕਿਸੇ ਸ਼ੈਲ ਦੇ ਵਿੱਚ ਹੋ ਸਕਦੇ ਆ ਉਹ ਕਿਹੜੇ ਫਾਰਮੂਲਾ ਨਾਲ ਹੁੰਦੇ ਆ 2n² ਠੀਕ ਹੈ ਜਿਵੇਂ ਆਪਣੇ ਕੋਲ ਅਗਰ n ਦੀ ਵੈਲਿਊ ਆਪਾਂ ਨੇ 1 ਲੈ ਲਈ ਪਹਿਲੇ ਸ਼ੈਲ ਦੇ ਵਿੱਚ ਤਾਂ ਕਿੰਨੇ ਇਲੈਕਟ੍ਰੋਨਸ ਆ ਸਕਦੇ ਆ ਉਹਦੇ ਵਿੱਚ 2 ਕਿਉਂਕਿ 2 1 ਰੇਜ਼ਡ ਟੂ ਪਾਵਰ 2 ਕਿੰਨਾ ਹੁੰਦਾ 2 ਠੀਕ ਹੈ ਸੋ ਮੈਕਸਿਮਮ ਨੰਬਰ ਆਫ ਇਲੈਕਟ੍ਰੋਨ ਡਿਫਰੈਂਟ ਸ਼ੈਲਸ ਦੇ ਵਿੱਚ ਕਿਵੇਂ ਆ ਜਿਵੇਂ ਫਸਟ ਆਰਬਿਟਲ ਦੇ ਵਿੱਚ 2 ਹੋ ਸਕਦੇ ਆ ਸੈਕਿੰਡ ਦੇ ਵਿੱਚ 8 ਹੋ ਸਕਦੇ ਆ ਆਪਾਂ ਨੂੰ ਪਤਾ ਹੈ k ਤੋਂ ਬਾਅਦ l ਆਉਂਦਾ ਹੈ l ਦੀ ਨੰਬਰਿੰਗ ਕਿੰਨੀ ਹੁੰਦੀ ਹੈ 2 ਸੋ 2 ਰੇਜ਼ਡ ਟੂ ਪਾਵਰ 2 2 is 4 4 2 is 8 ਸੋ ਇਸ ਤਰੀਕੇ ਨਾਲ ਫਿਲ ਕੀਤੇ ਹੁੰਦੇ ਆ ਠੀਕ ਹੈ ਤੇ ਜਿਹੜੇ ਸ਼ੈਲਸ ਆ ਉਹਨਾਂ ਨੂੰ ਹਮੇਸ਼ਾ ਆਪਾਂ ਸਟੈਪ ਵਾਈਜ਼ ਮੈਨਰ ਦੇ ਵਿੱਚ ਫਿਲ ਕਰਾਂਗੇ ਮਤਲਬ ਲੋਅਰ ਟੂ ਹਾਇਰ ਲੈਵਲ ਓਕੇ ਉਹ ਤੋਂ ਬਾਅਦ ਹੈ ਵੈਲੈਂਸੀ ਇਲੈਕਟ੍ਰੋਨ ਜਿਹੜੇ ਆਊਟਰਮੋਸਟ ਸ਼ੈਲ 'ਚ ਐਟਮ ਦੇ ਉਹਨਾਂ ਨੂੰ ਆਪਾਂ ਬੋਲਦੇ ਵੈਲੈਂਸ ਇਲੈਕਟ੍ਰੋਨ ਤੇ ਐਟਮਸ ਦੀ ਕੰਬਾਈਨਿੰਗ ਕੈਪੈਸਿਟੀ ਜਾਂ ਉਹਨਾਂ ਦੀ ਟੈਂਡੈਂਸੀ ਰਿਐਕਟ ਕਰਨ ਦੀ ਤਾਂ ਕਿ ਉਹ ਮੋਲੀਕਿਊਲਸ ਨੂੰ ਫਾਰਮ ਕਰ ਸਕਣ ਠੀਕ ਹੈ ਉਹਨੂੰ ਵੀ ਆਪਾਂ ਕੀ ਬੋਲਦੇ ਆ ਵੈਲੈਂਸੀ ਸੋ ਉਹ ਐਟਮਸ ਐਲੀਮੈਂਟ ਦੇ ਜਿਨ੍ਹਾਂ ਦਾ ਜਿਹੜਾ ਆਊਟਰਮੋਸਟ ਸ਼ੈਲ ਹੈ ਉਹ ਕੰਪਲੀਟਲੀ ਫਿਲ ਹੋਇਆ ਹੋਵੇ ਉਹਨਾਂ ਦੀ ਘੱਟ ਕੈਮੀਕਲ ਐਕਟੀਵਿਟੀ ਹੁੰਦੀ ਹੈ ਤੇ ਉਹਨਾਂ ਦੀ ਜਿਹੜੀ ਕੰਬਾਈਨਿੰਗ ਕੈਪੈਸਿਟੀ ਹੁੰਦੀ ਹੈ ਯਾਨੀ ਕਿ ਉਹਨਾਂ ਦੀ ਜਿਹੜੀ ਵੈਲੈਂਸੀ ਹੁੰਦੀ ਹੈ ਉਹ 0 ਹੁੰਦੀ ਹੈ ਮਤਲਬ ਅਗਰ ਐਟਮ ਸਟੇਬਲ ਹੈ ਠੀਕ ਹੈ ਸੋ ਦੇਖੋ ਜਿਵੇਂ ਆਪਾਂ ਨੂੰ ਪਤਾ ਹੈ ਹਾਈਡਰੋਜਨ ਦੇ ਆਊਟਰਮੋਸਟ ਸ਼ੈਲ 'ਚ 1 ਇਲੈਕਟ੍ਰੋਨ ਹੁੰਦਾ ਤੇ ਮੈਗਨੀਸ਼ੀਅਮ 'ਚ ਹੁੰਦੇ ਆ 2 ਇਲੈਕਟ੍ਰੋਨ ਠੀਕ ਹੈ ਸੋ ਹਾਈਡਰੋਜਨ ਦੀ ਵੈਲੈਂਸੀ 1 ਹੈ ਕਿਉਂਕਿ ਉਹਦੇ ਆਊਟਰਮੋਸਟ ਸ਼ੈਲ 'ਚ 1 ਇਲੈਕਟ੍ਰੋਨ ਹੈ ਤੇ ਮੈਗਨੀਸ਼ੀਅਮ ਦੀ 2 ਹੈ ਕਿਉਂਕਿ ਉਹਦੇ ਵੈਲੈਂਸ ਇਲੈਕਟ੍ਰੋਨਸ ਕਿੰਨੇ ਹੋ ਗਏ 2 ਹੋ ਗਏ ਓਕੇ ਸੋ ਇਹ ਚੀਜ਼ ਹੈ ਉਹ ਤੋਂ ਬਾਅਦ ਨੈਕਸਟ ਹੈ ਐਟੋਮਿਕ ਨੰਬਰ ਆਫ ਪ੍ਰੋਟੋਨਸ ਕਿੰਨੇ ਨਿਊਕਲੀਅਸ ਦੇ ਵਿੱਚ ਉਹਨੂੰ ਐਟੋਮਿਕ ਨੰਬਰ ਬੋਲਦੇ ਆ ਤੇ ਮਾਸ ਨੰਬਰ ਕੀ ਹੁੰਦਾ ਪ੍ਰੋਟੋਨਸ ਤੇ ਨਿਊਟਰੋਨਸ ਕਿੰਨੇ ਪ੍ਰੈਜ਼ੈਂਟ ਹੈ ਨਿਊਕਲੀਅਸ ਦੇ ਵਿੱਚ ਸੋ ਦੇਖੋ ਇਸ ਤਰੀਕੇ ਨਾਲ ਹਮੇਸ਼ਾ ਆਪਾਂ ਐਲੀਮੈਂਟ ਨੂੰ ਲਿਖਦੇ ਆ ਇੱਥੇ ਵਿੱਚ ਆਂਦਾ ਉਹਦਾ ਸਿੰਬਲ ਉੱਪਰ ਆਂਦਾ ਮਾਸ ਨੰਬਰ ਤੇ ਇਧਰਲੀ ਸਾਈਡ ਲਿਖਦੇ ਆ ਆਪਾਂ ਐਟੋਮਿਕ ਨੰਬਰ ਓਕੇ ਜਿਵੇਂ ਮੈਗਨੀਸ਼ੀਅਮ ਹੈ ਮੈਗਨੀਸ਼ੀਅਮ ਦਾ ਮਾਸ ਨੰਬਰ ਕਿੰਨਾ 24 ਐਟੋਮਿਕ ਨੰਬਰ ਕਿੰਨਾ 12 ਸੋ ਯਾਨੀ ਕਿ ਇੱਥੋਂ ਕੀ ਪਤਾ ਲੱਗ ਰਿਹਾ ਉਹਦੇ ਵਿੱਚ ਪ੍ਰੋਟੋਨਸ ਕਿੰਨੇ ਨੇ 12 ਇਲੈਕਟ੍ਰੋਨਸ ਕਿੰਨੇ ਨੇ 12 ਤੇ ਨਿਊਟਰੋਨਸ ਕਿੰਨੇ ਆ ਜਾਣਗੇ 12 ਕਿਉਂਕਿ ਆਪਾਂ ਮਾਸ ਨੰਬਰ ਚੋਂ ਨੰਬਰ ਆਫ ਪ੍ਰੋਟੋਨਸ ਨੂੰ ਮਾਈਨਸ ਕਰ ਦਾਂਗੇ ਓਕੇ ਉਹ ਤੋਂ ਬਾਅਦ ਨੈਕਸਟ ਹੈ ਬਹੁਤ ਇੰਪੋਰਟੈਂਟ ਡੈਫੀਨੇਸ਼ਨ ਹੈ ਆਈਸੋਟੋਪ ਆਈਸੋਬਾਰ ਤੇ ਆਈਸੋਟੋਨ ਦੀ ਸੋ ਆਈਸੋਟੋਪ ਜਿਹੜੇ ਹੁੰਦੇ ਆ ਉਹਨਾਂ ਦਾ ਵਿੱਚ ਐਟੋਮਿਕ ਨੰਬਰ ਸੇਮ ਹੁੰਦਾ ਤੁਸੀਂ ਦੇਖ ਸਕਦੇ ਹੋ 111 ਤੇ ਮਾਸ ਨੰਬਰ ਜਿਹੜਾ ਹੈ ਇਹ ਐਟੋਮਿਕ ਮਾਸ ਹੁੰਦਾ ਡਿਫਰੈਂਟ ਹੁੰਦਾ ਜਿਵੇਂ ਇੱਥੇ ਹਾਈਡਰੋਜਨ ਦਾ 1 ਹੈ ਇੱਥੇ 2 ਹੈ ਇੱਥੇ 3 ਹੈ ਠੀਕ ਹੈ ਉਹ ਤੋਂ ਬਾਅਦ ਆਈਸੋਬਾਰ ਕਿਹੜੇ ਹੁੰਦੇ ਜਿਨ੍ਹਾਂ ਦਾ ਐਟੋਮਿਕ ਮਾਸ ਸੇਮ ਹੋਵੇ ਯਾਨੀ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਐਟੋਮਿਕ ਮਾਸ ਸੇਮ ਹੈ but different atomic number ਹੋਵੇ ਸੋ ਇੱਥੇ ਆਰਗਨ ਦਾ 18 ਫਿਰ ਕ੍ਰਿਪਟੋਨ ਦਾ 19 ਕੈਲਸ਼ੀਅਮ ਦਾ 20 ਓਕੇ ਉਹ ਤੋਂ ਬਾਅਦ ਆਈਸੋਟੋਨ ਦੇ ਵਿੱਚ ਕੀ ਹੁੰਦਾ ਸੇਮ ਨੰਬਰ ਆਫ ਨਿਊਟਰੋਨਸ ਹੁੰਦੇ ਆ ਤੇ ਡਿਫਰੈਂਟ ਇਹਨਾਂ ਦਾ ਐਟੋਮਿਕ ਨੰਬਰ ਤੇ ਮਾਸ ਨੰਬਰ ਹੁੰਦਾ ਮਤਲਬ ਇਹਨਾਂ ਵਿੱਚ ਨੰਬਰ ਆਫ ਨਿਊਟਰੋਨ ਸੇਮ ਹੁੰਦੇ ਆ ਜਿਵੇਂ ਨੰਬਰ ਆਫ ਨਿਊਟਰੋਨਸ ਕਿਵੇਂ ਕੱਢੋਗੇ ਇਸ ਕੇਸ ਦੇ ਵਿੱਚ ਕਾਰਬਨ 'ਚ 14 ਚੋਂ 6 ਮਾਈਨਸ ਕਰੋ ਤਾਂ ਕਿੰਨਾ ਹੋ ਗਿਆ 8 ਠੀਕ ਹੈ 15 ਚੋਂ 7 ਕਰੋ 8 ਤੇ 16 ਚੋਂ 8 ਕਰੋ 8 ਸੋ ਇਹ ਮਤਲਬ ਹੈ ਤੁਹਾਨੂੰ ਇਹਦੇ ਨਾਲ ਕੁਝ ਹੋਰ ਵੀ ਅੱਛੇ ਤਰੀਕੇ ਨਾਲ ਸਮਝ ਆਊਗਾ ਪੇਪਰ 'ਚ ਡਾਇਰੈਕਟ ਡੈਫੀਨੇਸ਼ਨ ਪੁੱਛਿਆ ਜਾਂਦੀ ਹੈ ਸੋ ਆਈਸੋਟੋਪ ਕੀ ਹੁੰਦਾ ਇਹਨਾਂ ਦਾ ਸੇਮ ਐਟੋਮਿਕ ਨੰਬਰ ਹੁੰਦਾ ਨੰਬਰ ਆਫ ਪ੍ਰੋਟੋਨ ਤੇ ਇਲੈਕਟ੍ਰੋਨ ਸੇਮ ਹੁੰਦੇ ਆ ਸਿਰਫ ਨਿਊਟਰੋਨ ਅਲੱਗ ਹੁੰਦੇ ਆ ਠੀਕ ਹੈ ਆਈਸੋ ਮੀਨਸ ਸੇਮ ਤੇ ਪੀ ਹੁੰਦਾ ਪ੍ਰੋਟੋਨਸ ਕਿ ਪ੍ਰੋਟੋਨਸ ਦਾ ਨੰਬਰ ਸੇਮ ਹੈ ਦੈਨ ਆਈਸੋਬਾਰ ਦੇ ਵਿੱਚ ਸੇਮ ਮਾਸ ਨੰਬਰ ਹੁੰਦਾ ਪ੍ਰੋਟੋਨ ਨਿਊਟਰੋਨ ਤੇ ਇਲੈਕਟ੍ਰੋਨ ਦਾ ਨੰਬਰ ਅਲੱਗ-ਅਲੱਗ ਹੁੰਦਾ ਠੀਕ ਹੈ ਬੈਰੋਜ਼ ਮਤਲਬ ਹੁੰਦਾ weight ਇਹ ਵੈਸੇ ਯਾਦ ਰੱਖਣ ਦੀ ਜ਼ਰੂਰਤ ਨਹੀਂ ਕਿ ਕਿਹਦਾ ਕੀ ਮਤਲਬ ਹੁੰਦਾ ਦੈਨ ਆਈਸੋਟੋਨ ਦੇ ਵਿੱਚ ਨੰਬਰ ਆਫ ਨਿਊਟਰੋਨ ਸੇਮ ਹੁੰਦੇ ਆ ਨੰਬਰ ਆਫ ਨਿਊਟਰੋਨ ਸੇਮ ਹੈ ਬਟ ਨੰਬਰ ਆਫ ਇਲੈਕਟ੍ਰੋਨ ਪ੍ਰੋਟੋਨ ਅਲੱਗ-ਅਲੱਗ ਹੁੰਦੇ ਆ ਓਕੇ ਸੋ ਤੁਸੀਂ ਇਹ ਸਭ ਚੀਜ਼ਾਂ ਯਾਦ ਰੱਖਣੀਆਂ ਨੇ